ਹੈਲੋ ਵੈਲਕਮ ਬੈਕ ਟੂ ਐਜੂਕੇਸ਼ਨ ਚੈਨਲ ਆਲ ਇਨ ਵਨ ਕਿ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੀਐਸਟੈਟ ਜਿਹੜਾ ਹੈ ਉਹ 24 ਦਸੰਬਰ ਨੂੰ ਹੋਣ ਜਾ ਰਿਹਾ ਹੈ ਅਤੇ ਬਹੁਤ ਸਾਰੇ ਟੈਨਸ਼ਨ ਵੀ ਹੈ ਕਿ ਇੱਕ ਮੰਥ ਦੇ ਵਿੱਚ ਅਸੀਂ ਤਿਆਰੀ ਕਿੱਦਾਂ ਕਰ ਸਕਦੇ ਹਾਂ ਅਤੇ ਕਿਉਂਕਿ ਟਾਈਮ ਵੀ ਬਹੁਤ ਘੱਟ ਹੈ ਔਰ ਇਹ ਸਹੀ ਵੀ ਹੈ ਕਿ ਟਾਈਮ ਤਾਂ ਬਹੁਤ ਘੱਟ ਹੈ ਔਰ ਸਿਲੇਬਸ ਜ਼ਿਆਦਾ ਹੈ ਅਤੇ ਇਸ ਵਿੱਚ ਅੱਜ ਮੈਂ ਤੁਹਾਡੇ ਸਾਹਮਣੇ ਬਹੁਤ ਹੀ ਈਜ਼ੀ ਤਰੀਕੇ ਨਾਲ ਇੱਕ ਥਿਊਰੀ CDP ਥਿਊਰੀ ਪਿਆਜ਼ੇ ਦੀ ਥਿਊਰੀ ਲੈ ਕੇ ਆਈ ਹੈ ਜਿਸ ਨੂੰ ਮੈਂ ਬਹੁਤ ਹੀ ਆਸਾਨ ਤਰੀਕੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੀ। ਤੋ ਚਲਿਏ ਸਟਾਰਟ ਕਰਦੇ हैं। ਪਿਆਜ਼ੇ ਕੌਣ ਸੀ? ਸਭ ਤੋਂ ਪਹਿਲਾਂ ਅਸੀਂ ਕਰਾਂਗੇ ਪਿਆਜ਼ੇ ਦੀ ਥਿਊਰੀ। ਤੇ ਪਿਆਜ਼ੇ ਕੌਣ ਸੀ? ਅਸੀਂ ਕਹਿ ਸਕਦੇ ਕਿ ਪਿਆਜ਼ੇ ਜੋ ਸੀ ਉਹ ਸਵਿਟਜ਼ਰਲੈਂਡ ਵਿੱਚ ਪੈਦਾ ਹੋਏ ਸੀ 1896 ਵਿੱਚ ਔਰ 1980 ਵਿੱਚ ਉਹਨਾਂ ਦੀ ਜਿਹੜੀ ਡੈਥ ਹੋ ਗਈ ਸੀ ਔਰ ਬਹੁਤ ਹੀ ਇੰਟੈਲੀਜੈਂਟ ਸਾਇੰਟਿਸਟ ਸੀ ਔਰ ਉਹਨਾਂ ਨੇ ਜ਼ਿਆਦਾ ਫੋਕਸ ਕੀ ਕੀਤਾ ਸੀ ਬੱਚਿਆਂ 'ਤੇ, ਮਤਲਬ ਕਿ ਬੱਚਿਆਂ ਦੇ ਡਿਵੈਲਪਮੈਂਟ ਕੋਗਨੀਟਿਵ ਡਿਵੈਲਪਮੈਂਟ 'ਤੇ ਉਹਨਾਂ ਨੇ ਫੋਕਸ ਕੀਤਾ ਔਰ ਸਭ ਤੋਂ ਪਹਿਲਾਂ ਉਹਨਾਂ ਨੇ ਆਪਣੇ ਹੀ ਬੱਚਿਆਂ 'ਤੇ ਐਕਸਪੈਰੀਮੈਂਟ ਕੀਤਾ। ਕਿਹਾ ਜਾਂਦਾ ਹੈ ਕਿ ਉਹਨਾਂ ਦੇ 3 ਬੱਚੇ ਸੀ ਔਰ ਸਭ ਤੋਂ ਪਹਿਲਾਂ ਉਹਨਾਂ ਨੇ ਆਪਣੇ 3 ਬੱਚਿਆਂ 'ਤੇ ਐਕਸਪੈਰੀਮੈਂਟ ਕੀਤਾ ਸੀ। ਉਹਨਾਂ ਨੇ ਚਾਈਲਡ ਐਜੂਕੇਸ਼ਨ 'ਤੇ ਫੋਕਸ ਕੀਤਾ ਅਤੇ ਉਹਨਾਂ ਨੂੰ ਚਾਈਲਡ ਸਾਈਕੋਲੋਜੀ ਦਾ ਫਾਦਰ ਵੀ ਕਿਹਾ ਜਾਂਦਾ ਹੈ। ਅਤੇ ਇਸ ਤੋਂ ਪਹਿਲਾਂ ਕਿਹਾ ਜਾਂਦਾ ਸੀ ਕਿ ਜਿਹੜੇ ਬੱਚੇ ਹੈ ਉਹਨਾਂ ਦਾ ਦਿਮਾਗ ਵੱਡਿਆਂ ਦਾ ਹੀ ਇੱਕ ਛੋਟਾ ਰੂਪ ਹੈ, ਬਟ ਪਿਆਜ਼ੇ ਕਹਿੰਦੇ ਸੀ ਕਿ ਨਹੀਂ, ਜਿਹੜੇ ਬੱਚੇ ਹੈ ਉਹ ਵੱਡਿਆਂ ਦੇ ਇਕੁਅਲੀ ਇੰਟੈਲੀਜੈਂਟ ਹੁੰਦੇ ਹਨ, ਉਹਨਾਂ ਦਾ ਦਿਮਾਗ ਵੀ ਇਕੁਅਲ ਹੁੰਦਾ ਹੈ, ਸਿਰਫ ਉਹਨਾਂ ਦਾ ਸੋਚਣ ਦਾ ਔਰ ਦੇਖਣ ਦਾ ਨਜ਼ਰੀਆ ਥੋੜ੍ਹਾ ਜਿਹਾ ਅਲੱਗ ਹੁੰਦਾ ਹੈ ਕਿਉਂਕਿ ਹਜੇ ਤੱਕ ਉਹਨਾਂ ਨੂੰ ਉਹ ਜਾਣਕਾਰੀ ਨਹੀਂ ਹੁੰਦੀ ਜਿਵੇਂ ਕਿ ਵੱਡਿਆਂ ਨੂੰ ਹੁੰਦੀ ਹੈ ਔਰ ਜਿਵੇਂ ਜਿਵੇਂ ਉਹ ਦੇਖਦੇ ਹਨ ਉਹਨਾਂ ਦਾ ਦਿਮਾਗ ਉਵੇਂ ਵੱਧਦਾ ਹੈ। ਪਿਆਜ਼ੇ ਦਾ ਇਹ ਕਹਿਣਾ ਸੀ। ਔਰ ਇੱਕ ਸਭ ਤੋਂ ਵੱਡੀ ਇੰਪੋਰਟੈਂਟ ਗੱਲ ਇਹ ਹੈ ਕਿ ਪਿਆਜ਼ੇ ਦੀ ਜਿਹੜੀ ਸਾਰੀ ਥਿਊਰੀ ਉਹ ਬੱਚਿਆਂ ਦੇ ਉੱਤੇ ਸੀ, ਲਰਨਰ 'ਤੇ ਨਹੀਂ ਸੀ, ਕਿਉਂਕਿ ਉਹਨਾਂ ਨੇ ਆਪਣੀ ਸਾਰਾ ਫੋਕਸ ਬੱਚਿਆਂ 'ਤੇ ਕੀਤਾ, ਲਰਨਰ 'ਤੇ ਨਹੀਂ। ਦੂਸਰਾ ਇੰਪੋਰਟੈਂਟ ਪੁਆਇੰਟ ਇਹ ਕਿ ਇਹਨਾਂ ਦੀ ਜਿਹੜੀ ਥਿਊਰੀ ਹੈ ਉਹ ਡਿਵੈਲਪਮੈਂਟ 'ਤੇ ਫੋਕਸ ਰਹੀ ਹੈ, ਲਰਨਿੰਗ 'ਤੇ ਨਹੀਂ। ਔਰ ਤੀਸਰੀ ਇੰਪੋਰਟੈਂਟ ਗੱਲ ਇਹਨਾਂ ਨੇ ਇਹ ਕਹੀ ਸੀ ਕਿ ਜਿਹੜਾ ਲਰਨਿੰਗ ਦਾ ਪ੍ਰੋਸੈਸ ਆ ਉਹ ਇੱਕ ਸਟੇਜ 'ਤੇ ਆਧਾਰਿਤ ਪ੍ਰੋਸੈਸ ਆ, ਉਹ ਇੱਕ ਕੰਟੀਨਿਊਸ ਪ੍ਰੋਸੈਸ ਨਹੀਂ ਹੈ, ਉਹ ਸਟੇਜਾਂ 'ਤੇ ਆਧਾਰਿਤ ਹੈ। ਇਸ ਦਾ ਮਤਲਬ ਹੈ ਕਿ ਅਗਰ ਕੋਈ ਬੱਚਾ ਛੋਟਾ ਹੈ ਤਾਂ ਉਸ ਦਾ ਪ੍ਰੋਸੈਸ ਅਲੱਗ ਹੈ, ਉਸ ਤੋਂ ਵੱਡਾ ਐਂਡ ਉਸ ਤੋਂ ਵੱਡਾ ਹੁੰਦਾ ਹੈ ਤਾਂ ਉਸ ਦਾ ਪ੍ਰੋਸੈਸ ਜਿਹੜਾ ਹੈ ਉਹ ਅਲੱਗ ਹੁੰਦਾ ਹੈ ਔਰ ਇਸ ਕਰਕੇ ਇਸ ਨੂੰ ਸਟੇਜ ਥਿਊਰੀ ਵੀ ਕਿਹਾ ਜਾਂਦਾ ਹੈ। ਅਤੇ ਇਹਨਾਂ ਨੇ ਕਿਹਾ ਕਿ ਜਿਹੜੇ ਬੱਚਿਆਂ ਦੇ ਦਿਮਾਗ ਨੇ ਉਹ ਛੋਟੇ ਨਹੀਂ ਹੈ ਬਲਕਿ ਉਹ ਬਰਾਬਰ ਦਾ ਸੋਚਦੇ ਹਨ ਲੇਕਿਨ ਡਿਫਰੈਂਟ ਸੋਚਦੇ ਹਨ। ਐਂਡ ਨੈਕਸਟ ਹੈ ਕਿ ਵਾਟ ਇਜ਼ ਕੋਗਨੀਸ਼ਨ ਦਾ ਮਤਲਬ ਕੀ ਹੈ? ਅਤੇ ਕੋਗਨੀਸ਼ਨ ਦਾ ਮਤਲਬ ਅਸੀਂ ਕਹਿ ਸਕਦੇ ਹਾਂ ਅਕਲ, ਦਿਮਾਗ ਜਾਂ ਫਿਰ ਬੱਚੇ ਦੀ ਇੰਟੈਲੀਜੈਂਸੀ, ਉਸਦੇ ਇੰਟਰਸਟਸ, ਉਸਦੀ ਮੈਮੋਰੀਜ਼, ਦਾ ਕੰਸੈਪਟਸ, ਥੋਟਸ, ਪ੍ਰੋਬਲਮਸ, ਅਟੈਂਸ਼ਨ, ਪਰਸੈਪਸ਼ਨਸ, ਆਬਜ਼ਰਵੇਸ਼ਨ, ਮਤਲਬ ਕਿ ਬੱਚੇ ਨੂੰ ਕਿੰਨਾ ਇੰਟਰਸਟ ਹੈ, ਉਹ ਕਿੰਨੀ ਉਸਦੀ ਮੈਮਰੀ ਹੈ, ਉਹ ਕੰਸੈਪਟ ਕਿੱਦਾਂ ਦਾ ਕਰਦਾ, ਉਸਦੇ ਵਿਚਾਰ ਕਿੱਦਾਂ ਦੇ ਹੈ, ਉਹ ਪ੍ਰੋਬਲਮ ਸੋਲਵ ਕਰ ਸਕਦਾ ਹੈ ਜਾਂ ਨਹੀਂ। ਅਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਉਹ ਕੋਗਨੀਸ਼ਨ ਵਿੱਚ ਆ ਜਾਂਦੀਆਂ ਨੇ। ਅਤੇ ਜਿਵੇਂ ਕਿ ਕਿਹਾ ਜਾਂਦਾ ਹੈ ਕਿ ਵੱਡੇ ਅਤੇ ਛੋਟਿਆਂ ਦੇ ਦਿਮਾਗ ਵਿੱਚ ਕੋਈ ਫਰਕ ਨਹੀਂ ਹੁੰਦਾ, ਇਕੁਅਲ ਹੁੰਦੇ ਹਨ, ਫਿਰ ਉਹਨਾਂ ਦੀ ਸੋਚ ਵਿੱਚ ਫਰਕ ਕਿਉਂ ਹੁੰਦਾ ਹੈ? ਅਤੇ ਇੰਝ ਕਿਹਾ ਜਾ ਸਕਦਾ ਹੈ ਕਿ ਜਿਹੜੇ ਛੋਟੇ ਬੱਚਿਆਂ ਦਾ ਵਾਧਾ ਅਤੇ ਵਿਕਾਸ ਹੈ ਉਹ ਸਮੇਂ, ਟਾਈਮ ਅਤੇ ਐਕਸਪੀਰੀਅੰਸ ਦੇ ਨਾਲ ਨਾਲ ਹੁੰਦਾ ਹੈ। ਵੱਡੇ ਬੱਚੇ ਜਿਹੜੇ ਹੁੰਦੇ ਹੈ ਛੋਟੇ ਬੱਚਿਆਂ ਨਾਲੋਂ ਜਲਦੀ ਨਹੀਂ ਸੋਚ ਸਕਦੇ। ਜਿਹੜੇ ਵੱਡੇ ਬੱਚੇ ਦੇ ਮੁਕਾਬਲੇ ਵਿੱਚ ਜਿਹੜੇ ਛੋਟੇ ਬੱਚੇ ਹੁੰਦੇ ਆ ਉਹਨਾਂ ਦੀ ਸੋਚ ਗੁਣਾਤਮਕ, ਕੁਆਲੀਟੇਟਿਵ ਅਤੇ ਮਾਤਰਾਤਮਕ, ਕੁਆਂਟੀਟੇਟਿਵ ਦੋਨੋਂ ਵਿੱਚ ਅੰਤਰ ਹੁੰਦਾ ਹੈ। ਜਿਵੇਂ ਕਿ ਇੱਕ ਐਗਜ਼ਾਮਪਲ ਦੇ ਸਕਦੇ ਕਿ ਜਿਵੇਂ ਇੱਕ 5 ਸਾਲ ਦਾ ਬੱਚਾ ਹੈ ਔਰ ਇੱਕ ਦੂਸਰਾ ਹੈ 10 ਸਾਲ ਦਾ ਬੱਚਾ, ਅਤੇ ਦੋਨਾਂ ਦੀ ਸੋਚ ਵਿੱਚ ਫ਼ਰਕ ਹੁੰਦਾ ਹੈ। ਕਿਉਂ ਫ਼ਰਕ ਹੁੰਦਾ ਹੈ? ਕਿਉਂਕਿ ਜਿਹੜਾ 5 ਸਾਲ ਦਾ ਬੱਚਾ ਹੁੰਦਾ ਹੈ ਉਸਨੇ ਉਨੀ ਕੁ ਦੁਨੀਆ ਦੇਖੀ ਹੈ ਜੋ ਕਿ 5 ਸਾਲ ਤੱਕ ਸੀਮਿਤ ਹੈ ਔਰ ਜਿਹੜਾ 10 ਸਾਲ ਦਾ ਬੱਚਾ ਹੈ ਉਸਨੇ ਉਸ ਤੋਂ ਥੋੜ੍ਹੀ ਸੀ ਜ਼ਿਆਦਾ ਦੁਨੀਆ ਦੇਖੀ ਹੈ ਜੋ ਕਿ ਸਿਰਫ 10 ਸਾਲ ਤੱਕ ਸੀਮਿਤ ਹੈ। ਇਸ ਕਰਕੇ ਦੋਨਾਂ ਦੀ ਸੋਚ ਵਿੱਚ ਜਿਹੜਾ ਹੈ ਉਹ ਕਾਫੀ ਫ਼ਰਕ ਹੁੰਦਾ ਹੈ। ਐਂਡ ਨੈਕਸਟ ਹੈ ਕੋਗਨੀਟਿਵ ਵਿਕਾਸ, ਮਤਲਬ ਕਿ ਕੋਗਨੀਟਿਵ ਡਿਵੈਲਪਮੈਂਟ। ਅਤੇ ਇਸ ਦੇ ਵਿੱਚ ਦੋ ਫੈਕਟਰਸ ਨੇ ਫੈਕਟਰਸ ਐਂਡ ਸਟੇਜਸ, ਜੋ ਕਿ ਪਿਆਜ਼ੇ ਦੀ ਬਹੁਤ ਹੀ ਇੰਪੋਰਟੈਂਟ ਥਿਊਰੀ ਹੈ ਜਿਸ ਦੇ ਵਿੱਚ ਕਿਹੜੇ ਕਿਹੜੇ ਫੈਕਟਰ ਸੀ ਔਰ ਕਿਹੜੀ ਕਿਹੜੀ ਸਟੇਜਸ ਸੀ। ਅਤੇ ਸਭ ਤੋਂ ਪਹਿਲਾਂ ਅਸੀਂ ਕਰਾਂਗੇ ਫੈਕਟਰਸ।
ਤੇ ਬੇਸਿਕਲੀ 4 ਫੈਕਟਰਸ ਨੇ ਜਿਹੜੇ ਕੋਗਨੀਟਿਵ ਡਿਵੈਲਪਮੈਂਟ ਨੂੰ ਅਫੈਕਟ ਕਰਦੇ ਨੇ, ਪ੍ਰਭਾਵਿਤ ਕਰਦੇ ਨੇ। ਤੇ ਪਹਿਲਾ ਹੈ ਮੈਚਿਓਰਿਟੀ, ਜਿਸ ਨੂੰ ਮੈਚੂਰੇਸ਼ਨ ਵੀ ਕਿਹਾ ਜਾਂਦਾ ਹੈ, ਐਕਟੀਵਿਟੀ, ਐਕਸਪੀਰੀਅੰਸ ਦੂਸਰਾ, ਤੀਸਰਾ ਹੈ ਸੋਸ਼ਲ ਸੈਟਅਪ ਔਰ ਤੀਸਰਾ ਹੈ ਇਕੁਇਲਿਬ੍ਰੇਸ਼ਨ। ਇਹ 4 ਫੈਕਟਰ ਨੇ ਇਹ ਜਿਹੜੇ ਕੋਗਨੀਟਿਵ ਬੱਚੇ ਦੇ ਕੋਗਨੀਟਿਵ ਵਿਕਾਸ ਨੂੰ ਪ੍ਰਭਾਵਿਤ ਕਰਦੇ ਨੇ। ਤੇ ਸਭ ਤੋਂ ਪਹਿਲਾਂ ਮੈਚਿਓਰਿਟੀ ਕੀ ਹੁੰਦੀ ਹੈ? ਮੈਚਿਓਰਿਟੀ ਹੁੰਦੀ ਹੈ ਜਿਵੇਂ ਹੌਲੀ ਹੌਲੀ ਬੱਚੇ ਵਿੱਚ ਵੱਧਦੀ ਹੈ। ਜਿਵੇਂ ਬੱਚਾ ਛੋਟਾ ਹੁੰਦਾ ਉਸਦੀ ਮੈਚਿਓਰਿਟੀ ਛੋਟੀ ਹੁੰਦੀ ਹੈ। ਜਿਵੇਂ ਕਿ ਇੱਕ ਐਗਜ਼ਾਮਪਲ ਅਸੀਂ ਲੈ ਸਕਦੇ ਹਾਂ ਕਿ ਜਿਵੇਂ ਬੱਚਾ ਅਗਰ ਕੋਈ ਸਮਝੋ ਕਿ ਅਗਰ ਬੱਚੇ ਦੀ ਕੋਈ ਮਾਂ ਹੈ ਅਤੇ ਬੱਚਾ ਸੋਚਦਾ ਹੈ ਕਿ ਜਿਵੇਂ ਉਸਦੇ ਕੋਈ ਪੜੋਸੀ ਹੈ ਤਾਂ ਉਹ ਸਾਰਿਆਂ ਨੂੰ ਆਪਣੀ ਮਾਂ ਹੀ ਮੰਨਦਾ ਹੈ, ਮਤਲਬ ਕਿ ਉਸਨੂੰ ਲੱਗਦਾ ਹੈ ਕਿ ਸਾਰੀ ਉਸਦੀ ਮਾਂ ਹੈ। ਲੇਕਿਨ ਜਿੱਦਾਂ ਜਿੱਦਾਂ ਮੈਚਿਓਰ ਹੁੰਦਾ ਜਾਂਦਾ ਹੈ, ਥੋੜ੍ਹਾ ਥੋੜ੍ਹਾ ਵੱਡਾ ਹੁੰਦਾ ਜਾਂਦਾ ਤਾਂ ਉਸਨੂੰ ਪਤਾ ਚੱਲ ਜਾਂਦਾ ਹੈ ਕਿ ਉਸਦੀ ਮਾਂ ਜਿਹੜੀ ਹੈ, ਜੋ ਉਸਦੀ ਦੇਖਭਾਲ ਕਰਦੀ ਹੈ, ਜਿਸ ਦੇ ਕੋਲ ਉਹ ਰਹਿੰਦਾ ਹੈ, ਉਹੀ ਉਸਦੀ ਮਾਂ ਹੈ। ਇਸੇ ਤਰ੍ਹਾਂ ਅਗਰ ਅਸੀਂ ਕਿਸੇ ਬੱਚੇ ਨੂੰ ਪੁੱਛਾਂਗੇ ਕਿ ਉਹ ਉਸਦਾ ਕਿੱਥੇ ਦਾ ਰਹਿਣ ਵਾਲਾ ਹੈ, ਉਹ ਇੰਡੀਅਨ ਹੈ ਜਾਂ ਫਿਰ ਫੋਰਨਰ ਹੈ, ਅਤੇ ਉਸਨੂੰ ਕੋਈ ਸਮਝ ਨਹੀਂ ਆਏਗੀ। ਅਗਰ ਉਹ ਛੋਟਾ, ਉਸਨੂੰ ਲੱਗੇਗਾ ਕਿ ਇੰਡੀਅਨ ਕੀ ਹੁੰਦਾ ਹੈ, ਫੋਰਨਰ ਕੀ ਹੁੰਦਾ ਹੈ। ਪਰ ਜਿੱਦਾਂ ਜਿੱਦਾਂ ਉਹ ਮੈਚਿਓਰ ਹੁੰਦਾ ਜਾਂਦਾ, ਉਸ ਦੀ ਏਜ ਵਿੱਚ ਫ਼ਰਕ ਪੈਂਦਾ ਹੈ ਅਤੇ ਉਸਨੂੰ ਇਹ ਸਮਝ ਆ ਜਾਂਦਾ ਹੈ ਕਿ ਉਹ ਕਿੱਥੇ ਦਾ ਰਹਿਣ ਵਾਲਾ ਹੈ। ਇਟ ਮੀਨਸ ਕਿ ਬੱਚਾ ਉਮਰ ਦੇ ਨਾਲ ਨਾਲ ਹੌਲੀ ਹੌਲੀ ਜੋ ਸਾਰੀਆਂ ਚੀਜ਼ਾਂ ਸਿੱਖਦਾ ਹੈ ਉਸਨੂੰ ਕਿਹਾ ਜਾਂਦਾ ਹੈ ਮੈਚਿਓਰਿਟੀ। ਅਤੇ ਦੂਸਰਾ ਫੈਕਟਰ ਹੈ ਐਕਟੀਵਿਟੀ, ਮਤਲਬ ਕਿ ਐਕਸਪੀਰੀਅੰਸ। ਜਿਵੇਂ ਕਿ ਅਸੀਂ ਕਿਸੇ ਬੱਚੇ ਨੂੰ ਇੱਕ ਬੁੱਕ ਵਿੱਚ ਕੋਈ ਲੈਂਡਸਕੇਪ ਬਣਾਉਣਾ ਸਿਖਾਉਂਦੇ ਹੈ, ਕੋਈ ਪੇੜ ਹੋ ਗਏ, ਪਹਾੜ ਹੋ ਗਏ, ਚਿੜੀਆ ਹੋ ਗਈ, ਨਦੀ ਹੋ ਗਈ, ਇਸ ਦਾ ਬਣਾਉਣਾ ਦਿਖਾਉਂਦੇ ਹੈ। ਬਟ ਅਸੀਂ ਉਹਨੂੰ ਸਮਝਾਉਂਦੇ ਹੈ ਕਿ ਇਹ ਪੇੜ ਹੈ, ਪਹਾੜ ਹੈ, ਨਦੀ ਹੈ, ਲੇਕਿਨ ਇਹ ਦੂਜੇ ਪਾਸੇ ਬੱਚਾ ਖੁਦ ਹੀ ਉਹ ਚੀਜ਼ਾਂ ਨੂੰ ਡਰੋ ਕਰਦਾ ਹੈ। ਜਿਵੇਂ ਕਿ ਉਹ ਪਹਾੜ ਡਰੋ ਕਰਦਾ ਹੈ, ਅਸੀਂ ਉਹਨੂੰ ਕਹਿੰਦੇ ਹਾਂ ਕਿ ਡਰੋ ਕਰ, ਪਹਾੜ ਬਣਾ, ਪੇੜ ਬਣਾ, ਨਦੀ ਬਣਾ। ਅਤੇ ਅਸੀਂ ਕੀ ਸਮਝਦੇ ਹਾਂ ਕਿ ਅਗਰ ਅਸੀਂ ਉਸਨੂੰ ਬੁੱਕ ਦਿਖਾ ਕੇ ਸਮਝਾਵਾਂਗੇ ਉਹ ਠੀਕ ਹੈ, ਜਾਂ ਫਿਰ ਐਕਟੀਵਿਟੀ ਕਰਾ ਕੇ। ਅਤੇ ਇਹ ਕਿਹਾ ਜਾ ਸਕਦਾ ਹੈ ਕਿ ਜੋ ਬੱਚਾ ਖੁਦ ਅਗਰ ਉਹ ਖੁਦ ਇੱਕ ਡਰਾਇੰਗ ਕਰਦਾ ਹੈ, ਖੁਦ ਆਪਣੇ ਐਕਸਪੀਰੀਅੰਸ ਨਾਲ ਜਿਹੜਾ ਇੱਕ ਡਰਾਇੰਗ ਬਣਾਉਂਦਾ ਹੈ, ਪੇੜ ਬਣਾਉਂਦਾ ਹੈ, ਪਹਾੜ ਬਣਾਉਂਦਾ ਹੈ ਆਪਣੀ ਸਮਝ ਦੇ ਅਨੁਸਾਰ, ਅਤੇ ਉਹ ਜ਼ਿਆਦਾ ਇਫੈਕਟਿਵ ਹੈ। ਉਹ ਬੱਚੇ ਦੀ ਕੋਗਨੀਟਿਵ ਡਿਵੈਲਪਮੈਂਟ ਨੂੰ ਜ਼ਿਆਦਾ ਇਫੈਕਟ ਕਰਦੇ ਹਨ। ਜਿਵੇਂ ਕਿ ਅਸੀਂ ਬੱਚੇ ਨੂੰ ਕੋਈ ਸਾਈਕਲ ਚਲਾਉਣਾ ਸਿਖਾਉਂਦੇ ਹਾਂ ਅਤੇ ਅਸੀਂ ਸਾਈਕਲ ਫੜਦੇ ਹਾਂ ਔਰ ਬੱਚੇ ਨੂੰ ਸਾਈਕਲ ਪਕੜ ਕੇ ਉਸ 'ਤੇ ਬਿਠਾ ਕੇ ਲੈ ਕੇ ਜਾਂਦੇ ਹਾਂ। ਬਟ ਇਸ ਦੇ ਵਿੱਚ ਰਿਐਲਿਟੀ ਹੈ ਕਿ ਅਗਰ ਬੱਚਾ ਖੁਦ ਹੀ ਉਹ ਹੈਂਡਲ ਪਕੜ ਕੇ ਜਾਂ ਫਿਰ ਉਸਨੂੰ ਚਲਾਉਣਾ ਸਿੱਖੇ, ਅਤੇ ਉਹ ਮਤਲਬ ਕਿ ਓਰੀਜਨਲ, ਇੱਥੇ ਕਿਹਾ ਜਾ ਸਕਦਾ ਕਿ ਓਰੀਜਨਲ ਐਕਟੀਵਿਟੀ ਅਗਰ ਬੱਚਾ ਖੁਦ ਹੀ ਸਮਝ ਕੇ ਕਰਦਾ ਹੈ ਤਾਂ ਉਹ ਜ਼ਿਆਦਾ ਇਫੈਕਟਿਵ ਹੈ। ਤੀਸਰਾ ਫੈਕਟਰ ਹੈ ਸੋਸ਼ਲ ਸੈਟਅਪ, ਸੋਸਾਇਟੀ। ਅਤੇ ਸੋਸਾਇਟੀ ਵੀ ਬੱਚੇ ਦੇ ਜਿਹੜੇ ਕੋਗਨੀਟਿਵ ਡਿਵੈਲਪਮੈਂਟ ਦੇ ਬਹੁਤ ਇਫੈਕਟ ਪਾਉਂਦੀ ਹੈ। ਉਸਦਾ ਵੀ ਪ੍ਰਭਾਵ ਪੜਦਾ ਹੈ ਕਿ ਬੱਚੇ ਜਿਹੜੇ ਆ ਉਹ ਕਿਸ ਤਰ੍ਹਾਂ ਦੀ ਸੁਸਾਇਟੀ ਵਿੱਚ ਰਹਿੰਦੇ, ਉਸਦੀ ਫੈਮਿਲੀ ਕਿਸ ਤਰ੍ਹਾਂ ਦੀ ਹੈ, ਉਸਦਾ ਰਹਿਣ ਸਹਿਣ ਕਿਸ ਦਾ ਹੈ, ਉਹ ਸਕੂਲ ਜਾਂਦਾ ਹੈ, ਉਸਦਾ ਸਕੂਲ ਕਿੱਦਾਂ ਹੈ, ਕੌਨਵੈਂਟ ਹੈ ਜਾਂ ਪ੍ਰਾਈਵੇਟ ਹੈ। ਅਤੇ ਉਹ ਕਿਸੇ ਕੌਨਵੈਂਟ ਸਕੂਲ ਵਿੱਚ ਪੜ੍ਹਦਾ ਹੈ ਅਤੇ ਉਸਦੀ ਇੰਗਲਿਸ਼ ਉਹਨੂੰ ਬਹੁਤ ਜ਼ਿਆਦਾ ਆਉਂਦੀ ਹੈ, ਉਸਦਾ ਲਰਨਿੰਗ ਪ੍ਰੋਸੈਸ ਬਹੁਤ ਹੀ ਅੱਛਾ ਹੈ। ਅਤੇ ਇਹ ਸਾਰੀਆਂ ਚੀਜ਼ਾਂ ਵੀ ਕੋਗਨੀਟਿਵ ਡਿਵੈਲਪਮੈਂਟ 'ਤੇ ਇਫੈਕਟ ਪਾਉਂਦੀਆਂ ਨੇ। ਅਤੇ ਸਾਡਾ ਚੌਥਾ ਫੈਕਟਰ ਹੈ ਇਕੁਇਲਿਬ੍ਰੇਸ਼ਨ। ਅਤੇ ਇਸ ਦੇ ਵਿੱਚ ਪਿਆਜ਼ੇ ਇੱਕ ਸ਼ਬਦ ਯੂਜ਼ ਕਰਦੇ ਹਨ, ਸਕੀਮਾ। ਅਤੇ ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ ਸਕੀਮਾ ਕੀ ਹੁੰਦਾ ਹੈ। ਅਤੇ ਜਿਵੇਂ ਕਿ ਇੱਕ ਬੱਚਾ ਹੈ, ਜੋ ਅਗਰ ਬੱਚਾ, ਇਸ ਵਿੱਚ ਕਿਹਾ ਜਾਂਦਾ ਹੈ ਕਿ ਅਗਰ ਬੱਚਾ ਕੋਈ ਆਪਣੇ ਦਿਮਾਗ ਦੇ ਵਿੱਚ ਕਿਸੇ ਨੌਲੇਜ ਨੂੰ ਬਿਠਾ ਲੈਂਦਾ ਹੈ ਅਤੇ ਉਸਨੂੰ ਸਕੀਮਾ ਕਿਹਾ ਜਾਂਦਾ ਹੈ। ਜਿਵੇਂ ਕਿ ਬੱਚਾ ਇੱਕ ਮੇਜ਼ ਨੂੰ ਦੇਖਦਾ ਹੈ ਅਤੇ ਉਸਨੂੰ ਅਸੀਂ ਦੱਸਦੇ ਹਾਂ ਕਿ ਇਹ ਇੱਕ ਮੇਜ਼ ਹੈ, ਔਰ ਬੱਚਾ ਉਸਨੂੰ ਆਪਣੇ ਦਿਮਾਗ ਵਿੱਚ ਬਿਠਾ ਲੈਂਦਾ ਹੈ ਕਿ ਇਹ ਇੱਕ ਮੇਜ਼ ਹੈ। ਉਸ ਤੋਂ ਬਾਅਦ ਇੱਕ ਕੁਰਸੀ ਨੂੰ ਦੇਖਦਾ ਹੈ, ਉਸਨੂੰ ਲੱਗਦਾ ਹੈ ਕਿ ਉਹ ਵੀ ਟੇਬਲ ਹੀ ਹੈ, ਬਟ ਅਸੀਂ ਉਸਨੂੰ ਦੱਸਦੇ ਕਿ ਇਹ ਟੇਬਲ ਨਹੀਂ ਹੈ, ਕੁਰਸੀ ਹੈ। ਅਤੇ ਫਿਰ ਜੋ ਉਸਨੇ ਪਹਿਲਾਂ ਟੇਬਲ ਦੇਖਿਆ ਸੀ, ਉਸਨੂੰ ਮਤਲਬ ਉਹ ਵੀ ਉਹ ਦਿਮਾਗ ਵਿੱਚ ਬਿਠਾਉਂਦਾ ਹੈ, ਅਤੇ ਕੁਰਸੀ ਜਿਹੜੀਆਂ 4 ਲੱਤਾਂ ਹੁੰਦੀਆਂ ਹਨ ਉਸਨੂੰ ਵੀ ਉਸ ਆਪਣੀ ਦਿਮਾਗ ਵਿੱਚ ਬਿਠਾਉਂਦਾ ਹੈ, ਔਰ ਇਸ ਤਰ੍ਹਾਂ ਉਸਦਾ ਦਿਮਾਗ ਦੇ ਵਿੱਚ ਉਹਨੂੰ ਐਸੀਮੀਲੇਟ, ਆਤਮਸਾਤ ਕਰ ਲੈਂਦਾ ਹੈ, ਜਿਸ ਨੂੰ ਸਕੀਮਾ ਕਿਹਾ ਜਾਂਦਾ ਹੈ। ਮਤਲਬ ਕਿ ਜੋ ਚੀਜ਼ ਜਿਹੜੀ ਉਸਦੇ ਦਿਮਾਗ ਦੇ ਵਿੱਚ ਜਿਵੇਂ ਕਿਸੇ ਚੀਜ਼ ਨੂੰ ਦੇਖਦਾ ਹੈ ਅਤੇ ਉਸਨੂੰ ਆਪਣੇ ਦਿਮਾਗ ਵਿੱਚ ਜਿਹੜਾ ਹੈ ਫਿੱਟ ਕਰ ਲੈਂਦਾ ਹੈ, ਇੱਕ ਲੌਕ ਲਗਾ ਲੈਂਦਾ ਹੈ। ਜਿਵੇਂ ਕਿ ਉਸਨੂੰ ਕੁਰਸੀ ਦਾ ਵੀ ਪਤਾ ਹੈ, ਟੇਬਲ ਦਾ ਵੀ ਪਤਾ ਹੈ, ਅਤੇ ਉਸਨੂੰ ਸਕੀਮਾ ਕਿਹਾ ਜਾਂਦਾ ਹੈ। ਇਸ ਪ੍ਰਕਾਰ ਬੱਚਾ ਅਗਰ ਕਿਸੇ ਇਮੇਜ ਨੂੰ ਆਪਣੇ ਅੰਦਰ ਬਿਠਾ ਲੇ, ਆਪਣੇ ਅੰਦਰ ਲੌਕ ਲਗਾ ਲੇ ਜਾਂ ਸਾਤ ਕਰ ਲੇ, ਅਸੀਮੀਲੇਸ਼ਨ ਕਰ ਲੇ, ਆਤਮਸਾਤ, ਉਸਨੂੰ ਕੀ ਕਿਹਾ ਜਾਂਦਾ ਹੈ, ਸਕੀਮਾ।
ਇਸੇ ਤਰ੍ਹਾਂ ਇਹ ਇੱਕ ਸਰਕੂਲਰ ਪ੍ਰੋਸੈਸ ਹੈ। ਜਿਵੇਂ ਕਿ ਐਗਜ਼ਾਮਪਲ ਲੈ ਸਕਦੇ ਹਾਂ ਕਿ ਜਿਵੇਂ ਕਿ ਅਸੀਂ ਆਪਣੇ ਬੱਚੇ ਨੂੰ ਇੱਕ ਟਰੈਕਟਰ ਲਿਆ ਕੇ ਦਿੱਤਾ, ਇੱਕ ਟੋਏ ਟਰੈਕਟਰ, ਅਤੇ ਬੱਚੇ ਨੇ ਉਸਨੂੰ ਰੱਖ ਲਿਆ, ਅਤੇ ਦੂਸਰੇ ਦਿਨ ਅਸੀਂ ਉਸਨੂੰ ਇੱਕ ਹੋਰ ਮਤਲਬ ਕਿ ਜੀਪ ਲਿਆ ਕੇ ਦਿੱਤੀ, ਅਤੇ ਬੱਚੇ ਨੂੰ ਲੱਗਾ ਕਿ ਸ਼ਾਇਦ ਇਹ ਵੀ ਟਰੈਕਟਰ ਹੀ ਹੈ, ਕਿਉਂਕਿ ਉਸਨੂੰ ਕੁਝ ਪਤਾ ਨਹੀਂ ਹੈ। ਲੇਕਿਨ ਅਸੀਂ ਉਸਨੂੰ ਦੱਸਾਂਗੇ ਕਿ ਇਹ ਟਰੈਕਟਰ ਨਹੀਂ ਹੈ, ਇਹ ਜੀਪ ਹੈ। ਅਤੇ ਬੱਚੇ ਦੇ ਦਿਮਾਗ ਵਿੱਚ ਆ ਜਾਏਗਾ, ਬੱਚੇ ਦੇ ਦਿਮਾਗ ਵਿੱਚ ਇੱਕ ਇਕੁਇਲਿਬਰੇਸ਼ਨ ਪੈਦਾ ਹੋ ਜਾਏਗਾ ਕਿ ਇਹ ਆਪਣੇ ਦਿਮਾਗ ਵਿੱਚ ਉਹ ਬਿਠਾ ਲਏਗਾ ਕਿ ਇਹ ਟਰੈਕਟਰ ਨਹੀਂ ਹੈ, ਜੀਪ ਹੈ। ਅਤੇ ਇਸ ਤਰ੍ਹਾਂ ਇੱਕ ਨਵੀਂ ਸਿਚੁਏਸ਼ਨ ਉਹਦੇ ਦਿਮਾਗ ਵਿੱਚ ਪੈਦਾ ਹੋ ਜਾਏਗੀ, ਇੱਕ ਅਸੰਤੁਲਨ ਪੈਦਾ ਹੋ ਜਾਏਗਾ, ਜਿਸ ਨੂੰ ਉਹ ਸਮਝੇਗਾ। ਫਿਰ ਉਸਨੂੰ ਇਹ ਪਤਾ ਚੱਲੇਗਾ ਕਿ ਇਹ ਟਰੈਕਟਰ ਨਹੀਂ, ਇਹ ਜੀਪ ਹੈ। ਇਸ ਤਰ੍ਹਾਂ ਇਹ ਇੱਕ ਫਿਰ ਆਪਣੇ ਦਿਮਾਗ ਵਿੱਚ ਉਸ ਨੌਲੇਜ ਨੂੰ ਐਕੋਮੋਡੇਸ਼ਨ ਕਰ ਲਏਗਾ, ਆਤਮਸਾਤ ਕਰ ਲਏਗਾ, ਅਤੇ ਇਸ ਤਰ੍ਹਾਂ ਇਹ ਜਿਹੜੀ ਆ ਉਸਨੂੰ ਨੌਲੇਜ ਦਾ ਪਤਾ ਚੱਲੇਗਾ। ਅਤੇ ਇਸ ਤਰ੍ਹਾਂ ਉਸਨੇ ਇਹ ਸਾਰੀ ਨੌਲੇਜ ਨੂੰ ਆਪਣੇ ਦਿਮਾਗ ਵਿੱਚ ਅਕੋਮੋਡੇਟ ਕਰ ਲਿਆ, ਮਤਲਬ ਕਿ ਉਸਨੂੰ ਸਮਝ ਆ ਗਈ ਕਿ ਕੀ ਫ਼ਰਕ ਹੈ ਟੋਇਜ਼ ਵਿੱਚ, ਅਤੇ ਇਸ ਤਰ੍ਹਾਂ ਆਤਮਸਾਤ ਆਪਣੇ ਵਿੱਚ ਕਰ ਲਿਆ। ਅਤੇ ਇਸੇ ਤਰ੍ਹਾਂ ਇਹ ਸੀ ਅੱਜ ਦੀ ਵੀਡੀਓ। ਅਗਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਔਰ ਅਗਰ ਤੁਹਾਨੂੰ ਇਸ ਦਾ ਸੈਕਿੰਡ ਪਾਰਟ ਚਾਹੀਦਾ ਹੈ ਤਾਂ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ। ਥੈਂਕ ਯੂ।